हाँ जी गुड मॉर्निंग सारिਆਂ ਨੂੰ ਕੀ ਹਾਲ ਹੈ गुड मॉर्निंग ਕਿਵੇਂ ਹੋ बढ़िया ਵਧੀਆ ਅਸੀਂ ਰਹੇ ਸੀ ਜੀ ਇਸ ਹਾਊਸ ਦੇ ਵਿੱਚ ਦੰਧਾਈਏ ਇਹ ਹੈ ਜੀ ਹੋਮ ਸਟੇ ਇਹਨਾਂ ਦਾ ਪਾਲਮਪੁਰ ਦੇ ਵਿੱਚ ਕੇਜੀ ਹਾਊਸ ਅੱਛੀ ਪ੍ਰਾਪਰਟੀ ਹੈ ਇਹਨਾਂ ਦੀ ਵਧੀਆ ਸੀ ਕੰਫਰਟੇਬਲ ਸੀਗਾ ਪੂਰਾ ਘਰ ਵਰਗਾ ਮਾਹੌਲ ਸੀ ਇਹਨਾਂ ਦਾ ਤੇ ਅੱਛੇ ਰੂਮ ਸੀਗੇ ਪਾਰਕਿੰਗ ਵਗੈਰਾ ਵੀ ਹੈ ਇਹਨਾਂ ਕੋਲੇ ਤੇ ਅੱਛਾ ਕੋਆਪਰੇਸ਼ਨ ਇਹਨਾਂ ਦਾ ਹੀ ਆ ਬਾਹਰ ਗਾਰਡਨ ਵਗੈਰਾ ਬਣਿਆ ਹੋਇਆ ਕਹਿੰਦੇ ਫੁੱਲ ਦੇਖੋ ਵੀ ਫੁੱਲ ਵੀ ਲੱਗੇ ਹੋਏ ਇੱਥੇ ਹਾਂ बहुत सोने मतलब इन्होंने काफ़ी अच्छा मेंटेन किया हुआ है क्लीनलीनेस बहुत ज़्यादा है मतलब वही लगता है जिवें ਆਪਾਂ ਘਰੇ ਬੈਠੇ ਆ ਜਾਂ ਆਪਾਂ ਕਿਸੇ ਰਿਲੇਟਿਵ ਦੇ ਗਏ ਹੁੰਨੇ ਆ ਆਪਣੇ ਘਰ ਦਾ ਹੀ ਮਾਹੌਲ ਹੈ ਬਿਲਕੁਲ ਸਾਫ ਸਫਾਈ ਦੀ ਕੋਈ ਦਿੱਕਤ ਹੀ ਨਹੀਂ ਆਈ ਚਲੋ ਜੀ ਹੁਣ ਸਾਡਾ ਹੈਗਾ ਪ੍ਰੋਗਰਾਮ ਕਾਂਗੜਾ ਵਾਲੇ ਪਾਸੇ ਜਾਣ ਦਾ ਕਾਂਗੜਾ ਦਾ ਕਿਲਾ ਦੇਖਦੇ ਆ ਕਿ ਬਾਕੀ ਉੱਥੇ ਦਸੂਕੀ ਮਾਹੌਲ ਬਣਦਾ ਅਸੀਂ ਚੱਲਦੇ ਹਾਂ ਇੱਥੋਂ ਨਾ ਫਿਰ ਤੁਹਾਨੂੰ ਮਿਲਦੇ ਆ ਰਸਤੇ ਦੇ ਵਿੱਚ ਓਕੇ ਝੂਲੇ ਕਰਦੇ ਰਿਹਾ ਕਰੋ ਹਮੇਸ਼ਾ ਵੀ ਝੂਲੇ ਚੰਗਾ ਵੀ ਪਾਲਮਪੁਰ ਚੱਲਦੇ ਆ ਅਸੀਂ ਆਰਮ ਰੋਡੀਜ਼ ਚੱਲੇ ਨੇ ਸੋਹਣੇ ਦੇ ਸ਼ਹਿਰ ਪਾਲਮਪੁਰ ਦੀਆਂ ਯਾਦਾਂ ਨੂੰ ਸਮੇਟ ਕੇ ਆਪਣੇ ਦਿਲ ਦੇ ਵਿੱਚ ਤਾਂ ਅਲਵਿਦਾ ਪਾਲਮਪੁਰ ਹੁਣ ਚੱਲੇ ਆ ਅਸੀਂ ਆਪਣੀ ਨਵੀਂ ਡੈਸਟੀਨੇਸ਼ਨ ਵੱਲ ਕਾਂਗੜਾ ਪਾਲਮਪੁਰ ਤੋਂ ਲਗਭਗ 42 ਕਿਲੋਮੀਟਰ ਪੈ ਜਾਂਦਾ ਹੈ ਤੇ ਅਸੀਂ ਜਾਣਾ ਹੈ ਕਾਂਗੜਾ ਫੋਰਟ ਜੋ ਕਿ ਬਹੁਤ ਹੀ ਪੁਰਾਣਾ ਫੋਰਟ ਹੈ ਤੇ ਇੱਥੋਂ ਦਾ ਬਹੁਤ ਹੀ ਫੇਮਸ ਫੋਰਟ ਹੈ ਕਾਂਗੜਾ ਕਿਲਾ हाँ जी किवें हो किदां बई वधिया ਗੁੱਡ ਅਸੀਂ ਪਹੁੰਚ ਗਏ ਜੀ ਹੁਣ ਕਾਂਗੜਾ ਫੋਰਟ ਪਾਲਮਪੁਰ ਤੋਂ ਲਗਭਗ 1 ਘੰਟੇ ਦੀ ਡਰਾਈਵਿੰਗ ਤੋਂ ਬਾਅਦ ਰਾਈਡਿੰਗ ਤੋਂ ਬਾਅਦ ਅਸੀਂ ਪਹੁੰਚ ਗਏ ਹਾਂ ਕਾਂਗੜਾ ਫੋਰਟ ਤੁਸੀਂ ਦੇਖ ਰਹੇ ਹੋਗੇ ਮੇਰੇ ਪਿੱਛੇ ਇੱਥੇ ਐਂਟਰੀ ਹੁੰਦੀ ਹੈ ਜੀ ਪਹਿਲਾਂ 20 ਰੁਪਏ ਟਿਕਟ ਲੱਗਦੀ ਹੈ ਜੋ ਕਿ ਤੁਹਾਨੂੰ ਆਨਲਾਈਨ ਪੇਮੈਂਟ ਕਰਨੀ ਪੈਂਦੀ ਹੈ ਤੇ ਫਿਰ ਤੁਹਾਨੂੰ ਗੇਟ ਦੇ ਉੱਪਰ ਫਿਰ ਐਂਟਰੀ ਮਿਲਦੀ ਹੈ ਜੀ ਤਾਂ ਫਿਲਹਾਲ ਅਸੀਂ ਪਹੁੰਚ ਗਏ ਹਾਂ ਆਪਣੇ ਹਿਮਾਚਲ ਹੀ ਨਹੀਂ ਸ਼ਾਇਦ ਆਪਣੇ ਇੰਡੀਆ ਦੇ ਸਭ ਤੋਂ ਪੁਰਾਣੇ ਫੋਰਟ ਕਾਂਗੜਾ ਫੋਰਟ ਹਾਂਜੀ ਕਾਂਗੜਾ ਫੋਰਟ ਨੂੰ ਨਾ ਆਪਣੇ ਇੰਡੀਆ ਦਾ ਸਭ ਤੋਂ ਪੁਰਾਣਾ ਫੋਰਟ ਮੰਨਿਆ ਜਾਂਦਾ ਜੀ ਇਹ ਤੇ ਇਸ ਫੋਰਟ ਦਾ ਨਿਰਮਾਣ ਲਗਭਗ 3500 ਸਾਲ ਪਹਿਲਾਂ ਹੋਇਆ ਸੀਗਾ ਮਹਾਭਾਰਤ ਦੇ ਕਾਲ ਟਾਈਮ ਵੀ ਚਲੋ ਆਪਾਂ ਅੰਦਰ ਚੱਲਦੇ ਹਾਂ ਬਾਕੀ ਗੱਲਾਂ ਕਰਦੇ ਹਾਂ ਉਸ ਟਾਈਮ ਫਿਰ ਆ ਗਏ ਜੀ ਆਪਾਂ ਰਣਜੀਤ ਸਿੰਘ ਦਵਾਰ ਇਸ ਦਰਬਾਰ ਦਾ ਨਾਮ ਰਣਜੀਤ ਸਿੰਘ ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਕਿਲੇ ਨੂੰ ਆਪਣੇ ਅੰਡਰ ਕੀਤਾ ਹੋਇਆ ਸੀ ਕਿਸੇ ਵਕਤ ਉਹਨਾਂ ਦਾ ਰਾਜ ਵੀ ਰਿਹਾ ਇੱਥੇ ਚਲੋ ਜੀ ਆਪਾਂ ਐਂਟਰੀ ਕਰਨ ਲੱਗੇ ਆ ਛੋਟਾ ਜਿਹਾ ਦਰਵਾਜ਼ਾ ਮਨੀ ਲਈ ਤਾਂ ਬਹੁਤ ਛੋਟਾ ਬਿਲਕੁਲ ਜੀ ਬਿਲਕੁਲ ਮੈਂ ਸੌਖੀ ਆ ਗਈ
ਕਿਲ੍ਹਾ ਵੱਡਾ ਹੈ। ਉਹਨਾਂ ਨੇ ਇੱਕ ਛੋਟਾ ਜਿਹਾ ਦਰਵਾਜ਼ਾ ਖੋਲ੍ਹਿਆ ਸੀਗਾ। ਸ਼ਾਇਦ ਅਸੀਂ ਨਾ ਪਹਾੜਾਂ ਦੇ ਵਿੱਚ ਬਣਿਆ ਪਹਿਲਾ ਕਿਲ੍ਹਾ ਦੇਖ ਰਹੇ ਹਾਂ। ਯੈਸ। ਰਾਜਸਥਾਨ ਦੇ ਕਿਲ੍ਹੇ ਬਹੁਤ ਦੇਖੇ ਸੀਗੇ, ਪਹਾੜਾਂ ਦੇ ਵਿੱਚ ਬਣਿਆ ਪਹਿਲਾ ਕਿਲ੍ਹਾ ਜੀ ਇਹ। ਜਾ ਰਹੇ ਟੂਰਿਸਟ ਅੱਗੇ ਅੱਗੇ ਸਾਡੇ, ਤੇ ਅਸੀਂ ਵੀ ਉਧਰ ਹੀ ਜਾ ਰਹੇ ਹਾਂ ਇਸ ਵਕਤ। ਕਿਸ ਤਰ੍ਹਾਂ ਪਹਾੜ ਨੂੰ ਕੱਟ ਕੇ ਇਹਨਾਂ ਨੇ ਕਿਲ੍ਹਾ ਬਣਾਇਆ ਹੋਊਗਾ। ਕਿਲ੍ਹਾ ਜਿਸ ਦੇ ਬਾਰੇ ਸੋਚ ਕੇ ਹੀ ਲੱਗਦਾ ਕਿ ਕਿਲ੍ਹਾ ਦਾ ਨਿਰਮਾਣ ਕਰਨਾ ਔਖਾ ਹੁੰਦਾ ਹੋਊਗਾ ਵੀ। ਬਠਿੰਡੇ ਵੀ ਕਿਲ੍ਹਾ ਆਪਾਂ ਨੇ ਦੇਖਿਆ ਹੋਇਆ। ਆ ਦੇਖੋ ਇੱਥੇ ਸਾਈਡਸ ਤੇ ਆ ਗਏ ਆਹੀ ਨਹੀਂ ਦਰਵਾਜ਼ਾ। ਆ ਦਿਖਾਓ ਜਰਾ, ਆ ਪੂਰਾ ਪਹਾੜ ਹੋਊਗਾ ਜਿਹਨੂੰ ਕੱਟਿਆ ਹੋਇਆ। ਦੇਖੋ ਇੱਥੋਂ ਰਸਤਾ ਕੱਢਿਆ ਹੋਇਆ ਜਿਵੇਂ। ਦੇਖੋ ਜੀ ਕਿੰਨੀਆਂ ਪੁਰਾਣੀਆਂ ਡਾਟਾਂ ਦੇ ਲੈਂਟਰ ਪਾਏ ਹੋਏ ਉਸ ਵਕਤ, ਸ਼ਾਇਦ ਬਾਅਦ ਚ ਪਏ ਹੋਣ। ਜਦੋਂ ਇਹ ਬਾਅਦ ਚ ਪਏ ਲੱਗਦੀ ਇਹ। ਇਹਦੀ ਸਾਂਭ ਸੰਭਾਲ ਵੇਲੇ ਪੱਥਰ ਦੇ ਹੀ ਬਣਿਆ ਹੋਇਆ, ਜਿਹੜੇ ਪੱਥਰ ਹੁੰਦੇ ਆ ਉਹਨਾਂ ਨੂੰ ਕੱਟ ਕੇ ਬਣਾਇਆ ਹੋਇਆ। ਇਸ ਦਰਵਾਜ਼ੇ ਦਾ ਨਾਮ ਹੈ ਜੀ ਅਮੀਰੀ ਦਰਵਾਜ਼ਾ। ਕਾਫੀ ਦੁਆਰ ਇਸ ਕਿਲ੍ਹੇ ਵਿੱਚ ਬਣੇ ਹੋਏ ਨੇ। ਪੁਰਾਣੇ ਟਾਈਮ ਦੀਆਂ ਮੂਰਤੀਆਂ ਜਿਨ੍ਹਾਂ ਦੇ ਨਾਮੋ ਨਿਸ਼ਾਨ ਖਤਮ ਹੋ ਗਏ ਨੇ। ਨਮਸਕਾਰ ਪੰਡਤ ਜੀ। नमस्कार बोल रहे हैं। नमस्कार। पंडित जी नहीं है, हम भी आते हैं। पूजा करने जाते हैं। अच्छा ठीक ठीक। अंधेरी दरवाजा सिर्फ एंट्री रही गली। साढ़े परछावां ਤੁਹਾਡੇ ਨਾਲ ਹੈਗਾ, ਬਸ ਦਰਵਾਜ਼ੇ ਦਾ ਨਿਸ਼ਾਨ ਹੁਣ ਖਤਮ ਹੋ ਗਿਆ ਵੀ। ਕਿਵੇਂ ਹੋ? ਵਧੀਆ। ਆਜੋ ਆਜੋ। ਹਜੇ ਤੱਕ ਕਿਲ੍ਹਾ ਸ਼ੁਰੂ ਹੋਇਆ ਏ। ਉਸ ਰਾਜੇ ਦਾ ਨਾਮ ਸੀ ਸੁਸ਼ਰਮਾ ਚੰਦਰਾਵੀ। ਮਤਲਬ ਉਹਨਾਂ ਨੇ ਉਸ ਵਕਤ ਮਹਾਭਾਰਤ ਦੀ ਲੜਾਈ ਦੇ ਵਿੱਚ ਹਿੱਸਾ ਲਿਆ ਸੀ ਉਸ ਟਾਈਮ, ਤੇ ਉਸ ਤੋਂ ਬਾਅਦ ਇਸ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ। ਕਹਿੰਦੇ ਆ ਇਸ ਕਿਲ੍ਹੇ ਦੇ ਵਿੱਚ ਬਹੁਤ ਸਾਰਾ ਖਜ਼ਾਨਾ ਸੀਗਾ ਉਸ ਵਕਤ ਤੋਂ ਲੈ ਕੇ ਹੁਣ ਤੱਕ, ਮਤਲਬ ਅੰਗਰੇਜ਼ਾਂ ਦੇ ਆਉਣ ਤੱਕ ਵੀ। ਤੇ ਉਹ ਸਾਰਾ ਖਜ਼ਾਨਾ ਜੋ ਸੀ ਇੱਥੇ ਇੱਕ ਖੂਹ ਬਣੇ ਸੀ, ਉੱਥੇ ਖੂਹ, ਉਹਨਾਂ ਖੂਹਾਂ ਦੇ ਵਿੱਚ ਲੁਕੋ ਕੇ ਰੱਖਿਆ ਗਿਆ ਸੀਗਾ। 21 ਖੂਹ ਕਹਿੰਦੇ ਇੱਥੇ ਸੀਗੇ ਇਸ ਕਿਲ੍ਹੇ ਦੇ ਵਿੱਚ ਵੀ, ਸਾਰੇ ਕਿਲ੍ਹੇ ਦੇ ਵਿੱਚ। ਤੇ ਤੁਹਾਨੂੰ ਦਿਖਾਉਂਦੇ ਆ ਉਹਨਾਂ ਦਾ ਇੱਕ ਖੂਹ, ਸ਼ਾਇਦ ਤੁਹਾਨੂੰ ਦਿਖਦਾ ਹੋਵੇ ਸਾਹਮਣੇ ਉਹ ਉੱਥੇ ਜੇ ਜਿੱਥੇ ਵੀ ਉਂਗਲੀ ਜਾ ਰਹੀ ਹੈ, ਉੱਥੇ ਖੂਹ ਬਣਿਆ ਹੋਇਆ ਇੱਕ। ਉਹ ਸਾਰਾ ਖਜ਼ਾਨਾ ਕਹਿੰਦੇ ਇਹਨਾਂ ਖੂਹਾਂ ਦੇ ਵਿੱਚ ਲੁਕੋ ਕੇ ਰੱਖਿਆ ਜਾਂਦਾ ਸੀਗਾ। 8 ਖੂਹ ਮੁਗਲ ਕਾਲ ਦੇ ਵੇਲੇ ਲੁੱਟੇ ਲੈ ਕੇ ਗਏ ਉਸ ਵਕਤ, 5 ਖੂਹ ਅੰਗਰੇਜ਼ਾਂ ਨੇ ਖਾਲੀ ਕਰਤੇ। ਕਹਿੰਦੇ ਹਜੇ ਵੀ 8 ਖੂਹਾਂ ਬਾਰੇ ਕਿਸੇ ਨੂੰ ਨਹੀਂ ਪਤਾ ਖੂਹ ਕਿੱਥੇ ਆ ਕਿਸ ਕਿਲ੍ਹੇ ਦੇ ਵਿੱਚ। ਉਹ ਮਤਲਬ ਕਿ ਜੇ ਉਹ ਖੂਹ ਮਿਲ ਗਏ ਤਾਂ ਉੱਥੇ ਖਜ਼ਾਨਾ ਹੋਊਗਾ। ਹਾਂਜੀ, ਕਿਹਾ ਤਾਂ ਇਹੀ ਜਾਂਦਾ ਕਿ ਜੇਕਰ ਉਹਨਾਂ ਖੂਹਾਂ ਮਿਲ ਜਾਣ ਤਾਂ ਖਜ਼ਾਨੇ ਨਾਲ ਭਰਪੂਰ ਖੂਹ ਆ ਜੀ ਉਹ। ਤੇ ਉਹ ਖੂਹ ਕਿਸੇ ਨੂੰ ਮਿਲ ਸਕਦੇ ਆ ਵੀ, ਪਰ ਆਪਣੀ ਗੌਰਮੈਂਟ ਵੱਲੋਂ ਸਾਰੇ ਐਫਰਟ ਕੀਤੇ ਨਹੀਂ ਗਏ ਸਰ ਇਹ। ਚਲੋ ਆਪਾਂ ਅੱਗੇ ਚੱਲਦੇ ਆ। ਅੱਗੇ ਦੁਬਾਰਾ ਆ ਗਏ ਦਰਸ਼ਨੀ ਦਰਵਾਜ਼ਾ ਵੀ। ਟੂਰਿਸਟ ਬੜੇ ਖੁਸ਼ ਹੋ ਕੇ ਇੱਥੇ ਆ ਰਹੀ ਹੈ ਵੀ ਕਿਲ੍ਹੇ ਦੇ ਵਿੱਚ। ਆਪਾਂ ਹੈਲਮਟ ਚੱਕ ਲਈਏ ਆਪਾਂ ਆਪਦੇ ਵੀ। ਚਲੋ ਜੀ ਅੱਗੇ ਕਰਦੇ ਹਾਂ ਇਸ ਕਿਲ੍ਹੇ ਦੀ ਰੋਚਕ ਗੱਲਾਂ ਹੋਰ ਤੁਹਾਡੇ ਨਾਲ ਕਰਦੇ ਹਾਂ। ਦਰਸ਼ਨੀ ਦਰਵਾਜ਼ਾ ਆ ਗਿਆ ਜਿਸ ਦੇ ਉੱਪਰ ਕੀ ਨਾਮ ਲਿਖਿਆ ਹੋਇਆ ਹੈ, ਗੰਗਾ ਯਮੁਨਾ। ਮਤਲਬ ਕਲਚਰਸ ਜਿਹੜੇ ਬਣੇ ਹੋਏ ਆ। ਇੱਕ ਪਾਸੇ ਗੰਗਾ ਜੀ ਦੀ ਮੂਰਤੀ ਹੈ, ਇੱਕ ਪਾਸੇ ਯਮੁਨਾ ਦੀ ਮੂਰਤੀ। ਸਮੇਂ ਦੇ ਹਵਾਵਾਂ ਨੇ ਇਹਨਾਂ ਮੂਰਤੀਆਂ ਦੀ ਕੁਛ ਰੂਪ ਰੇਖਾ ਬਦਲ ਦਿੱਤੀ ਹੈ। ਅੱਗੇ ਆ ਗਏ ਵੀ ਇਸ ਦੇ ਅੰਦਰ ਨਾ ਮੰਦਿਰ ਬਣਿਆ ਹੋਇਆ ਜੀ। ਸ਼ਾਇਦ ਤੁਹਾਨੂੰ ਆਵਾਜ਼ ਆ ਰਹੀ ਹੈ, ਮਤਲਬ ਕੀਰਤਨ ਹੋ ਰਿਹਾ ਹੈ। ਅਸੀਂ ਹੁਣ ਕਿਲ੍ਹੇ ਦੇ ਅੰਦਰ ਪਹੁੰਚ ਚੁੱਕੇ ਹਾਂ। ਮੰਦਿਰ ਦੇ ਨਜ਼ਦੀਕ ਜਾ ਰਹੇ ਹਾਂ। ਪੁਰਾਣੇ ਸਮੇਂ ਤੋਂ ਨਾ ਇਹ ਕੋਈ ਰਾਜਪੂਤਾਂ ਦਾ ਕਿਲ੍ਹਾ ਸੀਗਾ। ਰਾਜਪੂਤ ਧਰਮ 'ਚ ਬਹੁਤ ਵਿਸ਼ਵਾਸ ਕਰਦੇ ਨੇ, ਕਰਦੇ ਵੀ ਸੀ ਤੇ ਅੱਜ ਵੀ ਕਰਦੇ ਆ। ਤਾਂ ਉਸ ਵਕਤ ਇੱਥੇ ਇੱਕ ਮੰਦਿਰ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਜਿਸ ਨੂੰ ਕਿਹਾ ਗਿਆ ਲక్ష్ਮੀ ਨਾਰਾਇਣ ਮੰਦਿਰ, ਆਦਿਨਾਥ ਜੈਨ ਮੰਦਿਰ।
ਚਲੋ ਆਪਾਂ ਪਹਿਲਾਂ ਮੰਦਿਰ ਚੱਲਦੇ ਹਾਂ ਜੀ। ਜੋੜੇ ਲਾ ਦੋ ਇੱਥੇ ਆ ਕੇ, ਜੋੜੇ ਲਾ ਦੋ। ਜਰਾਬਾਂ ਦਾ ਕੋਈ ਚੱਕਰ ਨਹੀਂ ਭਾਈ, ਲਾਓ ਲਾਓ। ਪਹਿਲੀ ਵਾਰ ਕਿਸੇ ਕਿਲੇ ਦੇ ਅੰਦਰ ਅੱਜ ਅਸੀਂ ਮੰਦਿਰ ਦੇਖ ਰਹੇ ਹਾਂ, ਪਹਿਲੀ ਵਾਰ। ਚਲੋ ਦੇਖੋ ਜੀ, ਮੱਥਾ ਟੇਕ ਕੇ ਅਸੀਂ ਹੁਣ ਬਾਹਰ ਆਏ ਹਾਂ ਮੰਦਿਰ ਦੇ ਬਾਹਰ। ਤੁਹਾਨੂੰ ਇਸ ਮੰਦਿਰ ਦੇ ਹੁਣ ਬਾਕੀ ਅਵਸ਼ੇਸ਼ ਦਿਖਾਣੇ, ਮੰਦਿਰ ਦੀ ਸੋਰੀ ਕਿਲੇ ਦੀ। ਇਹ ਪੁਰਾਣੇ ਅਵਸ਼ੇਸ਼ ਹੈ ਕਿਲੇ ਦੇ। ਇਹ 3500 ਸਾਲ ਪੁਰਾਣੇ ਸਮੇਂ ਦੀ ਗਵਾਹੀ ਭਰਦੇ ਨੇ ਜੀ ਇਹ। ਆ ਮੰਦਿਰ ਦਾ ਬਾਹਰਲਾ ਪਾਸਾ ਸਾਰਾ ਜੀ ਇਹ। ਜਦੋਂ ਨਾ ਇਹ ਕਿਲੇ ਦਾ ਨਿਰਮਾਣ ਹੋਇਆ ਉਸ ਤੋਂ ਲਗਭਗ 2000 ਸਾਲ ਤੱਕ ਇਸ ਉੱਪਰ ਕੋਈ ਹਮਲਾ ਨਹੀਂ ਹੋਇਆ ਸੀਗਾ। ਫਿਰ ਜਿਵੇਂ ਜਿਵੇਂ ਇਸ ਕਿਲੇ ਬਾਰੇ ਬਾਹਰਲੇ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਤਾਂ ਉਹਨਾਂ ਨੇ ਇਹਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਇਹਦੇ ਉੱਪਰ ਹਮਲਾ ਹੋਇਆ ਸੀ ਕਸ਼ਮੀਰ ਦੇ ਰਾਜਾ ਦੁਆਰਾ ਸੰਨ 470 ਈਸਵੀ ਦੇ ਵਿੱਚ। ਤਾਂ ਇੱਧਰ ਵੀ ਖੂਹ ਬਣਿਆ ਲੱਗਦਾ ਕੋਈ। ਹਾਂਜੀ ਆਹ ਦੇਖੋ ਖੂਹ ਬਣਿਆ ਹੋਇਆ ਕਿੱਧਰ ਇਸ ਪਾਸੇ। ਇਹਦਾ ਬਾਹਰ ਆ ਇਲਾਕਾ ਲੱਗਦਾ ਜੀ ਸਾਰਾ, ਜਿਵੇਂ ਕਿਲੇ ਦੇ ਬਾਹਰ ਹੁੰਦਾ ਜਿੱਥੇ ਰਾਜਾ ਬੈਠਦਾ ਹੋਣਾ। ਇੱਕ ਉਹ ਖੂਹ ਬਣਿਆ ਸਾਹਮਣੇ। ਇਤਿਹਾਸ ਦੀ ਗਵਾਹੀ ਭਰਦਾ ਹੈ ਕਿਲਾ। ਤਾਂ 470 ਦੇ ਵਿੱਚ ਇਸ ਕਿਲੇ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ। ਕਸ਼ਮੀਰ ਦੇ ਰਾਜਾ ਨੇ ਹਮਲਾ ਕੀਤਾ ਜਦੋਂ ਆਪਣੇ ਮੁਲਕ ਦੇ ਰਾਜਾ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਉਸ ਵਕਤ ਨਾ ਪੁਰਾਣੇ ਟਾਈਮ ਦੇ ਵਿੱਚ ਹਿੰਦੁਸਤਾਨ ਨਹੀਂ ਸੀਗਾ, ਅਲੱਗ-ਅਲੱਗ ਰਾਜੇ ਸੀਗੇ। ਕਸ਼ਮੀਰ ਦਾ ਰਾਜਾ, ਕਾਂਗੜੇ ਦਾ ਰਾਜਾ, ਕਿਉਂਕਿ ਇਸ ਵਕਤ ਅਸੀਂ ਕਾਂਗੜੇ ਦੇ ਵਿੱਚ ਆਏ ਇਸ ਟਾਈਮ। ਉੱਤਰੀ ਮਾੜਾ ਸੱਟ ਰਹਾ ਨਹੀਂ ਕਿਤੇ। ਕਾਂਗੜੇ ਦਾ ਰਾਜਾ ਇੱਥੋਂ ਇਹ। ਤਾਂ ਫਿਰ ਪੁਰਾਣੇ ਜਿਹੜੇ ਹੈਗੇ ਪੱਥਰ ਦੇ ਉੱਤੇ ਇਹਨਾਂ ਨੇ ਬਣਾ ਰੱਖੀ। ਹਾਂ ਲੱਗਦਾ ਉੱਥੇ ਕੋਈ ਸਬਸਿਡੀ ਖੇਡਦੇ ਹੋਣਗੇ ਪੱਕਾ ਇਸੇ ਦੇ ਉੱਪਰ ਕੋਈ ਗੇਮ ਜਿਵੇਂ ਕੁਝ ਹੋਵੇ ਤਾਂ ਲੱਗਦਾ। ਤਾਂ ਉਸ ਤੋਂ ਬਾਅਦ ਜਦੋਂ ਆਪਣੇ ਦੇਸ਼ ਦੇ ਹਕੂਮਤਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਰਾਜਿਆਂ ਨੇ, ਤਾਂ ਹੌਲੀ ਹੌਲੀ ਕਰਕੇ ਵਿਦੇਸ਼ਾਂ ਤੋਂ ਵੀ ਹਮਲੇ ਹੋਣੇ ਸ਼ੁਰੂ ਹੋ ਗਏ। ਤਾਂ ਸਭ ਤੋਂ ਪਹਿਲਾ ਵਿਦੇਸ਼ੀ ਹਮਲਾ ਇਹਦੇ ਉੱਪਰ ਹੋਇਆ ਸੀਗਾ ਮਹਿਮੂਦ ਗਜ਼ਨਵੀ ਦੁਆਰਾ। ਗਜ਼ਨਵੀ ਨੇ ਇਸ ਕਿਲੇ ਉੱਪਰ ਹਮਲਾ ਕੀਤਾ ਸੀਗਾ ਇਹਦੀ ਧਨ ਦੌਲਤ ਲੁੱਟਣ ਵਾਸਤੇ ਵੀ। ਕੋਈ ਜਿੰਨੇ ਵੀ ਪੁਰਾਣੇ ਸ਼ਾਸਕ ਆਪਣੇ ਭਾਰਤ ਦੇ ਉੱਪਰ ਹਮਲੇ ਕਰਦੇ ਸੀਗੇ ਉਹ ਜ਼ਿਆਦਾਤਰ ਹਮਲੇ ਕਰਦੇ ਸੀ ਮੰਦਿਰਾਂ ਦੇ ਵਿੱਚ। ਕੋਈ ਮੰਦਿਰ ਆਪਣੇ ਉਸ ਟਾਈਮ ਕਹਿੰਦੇ ਸੀਗੇ ਬਹੁਤ ਸੋਨੇ ਨਾਲ ਭਰੇ ਹੋਏ ਹੈ, ਸੋਨੇ ਦੀ ਚਿੜੀ ਕਹਿੰਦੇ ਸੀ ਭਾਰਤ ਨੂੰ ਉਸ ਟਾਈਮ। ਤਾਂ ਉਸ ਸੋਨੇ ਦੀ ਚਿੜੀ ਨੂੰ ਲੁੱਟਣ ਵਾਸਤੇ ਹਮਲੇ ਕੀਤੇ ਜਾਂਦੇ ਸੀਗੇ। ਤਾਂ ਉਹਨਾਂ ਹਮਲਿਆਂ ਦਾ ਸ਼ਿਕਾਰ ਇੱਕ ਆ ਵੀ ਕਿਲਾ ਰਿਹਾ ਵੀ ਆਹ। ਬੜੇ ਪੁਰਾਣੇ ਸਮੇਂ ਦੇ ਹਸਤਲੇਖ ਨੇ ਇੱਥੇ ਸਾਰੇ, ਸ਼ਿਲਾਲੇਖ ਨੇ ਇੱਥੇ ਇਹ। ਔਰ ਇੱਕ ਮੰਦਿਰਾਂ ਦੀ ਫੋਟੋ ਉਸ ਟਾਈਮ ਵੀ ਬਣੀ ਹੋਈ ਸੀਗੀ, ਕਿਉਂਕਿ ਆਪਣਾ ਦੇਸ਼ ਸੋਨੇ ਦੀ ਮੂਰਤੀ ਸੀਗਾ, ਸੋਨੇ ਦੀ ਚਿੜੀਆ ਸੀ ਉਸ ਵਕਤ। ਮੂਰਤੀ ਦੀ ਗੱਲ ਭਾਵੇਂ ਗੱਲ ਇੱਕੋ ਹੀ ਹੈ। ਤਾਂ ਮਹਿਮੂਦ ਗਜ਼ਨਵੀ ਨੇ ਉਸ ਟਾਈਮ ਹਮਲਾ ਕੀਤਾ 1009 ਦੇ ਵਿੱਚ ਵੀ। ਸਾਰਾ ਮੰਦਿਰ ਲੁੱਟ ਕੇ ਲੈ ਗਏ ਉਦੋਂ। ਤੇ ਉਦੋਂ ਦੇਖਦੇ ਦੇਖਦੇ ਫਿਰ ਤੁਰਕੀ ਤੋਂ ਵੀ ਹਮਲੇ ਹੋਣੇ ਸ਼ੁਰੂ ਹੋ ਗਏ। ਫਿਰ ਤੁਰਕੀ ਤੋਂ ਹਮਲੇ ਹੋਏ। ਹਮਲਾ ਪਹਿਲਾਂ ਉਹਨੇ ਕੀਤਾ ਸੀਗਾ ਮੁਹੰਮਦ ਬਿਨ ਤੁਗਲਕ ਨੇ ਵੀ। ਮੁਹੰਮਦ ਬਿਨ ਤੁਗਲਕ ਨੇ ਵੀ ਹਮਲੇ ਕੀਤੇ ਇਸ ਕਿਲੇ ਦੇ ਉੱਪਰ, ਖਜ਼ਾਨੇ ਨੂੰ ਲੁੱਟਿਆ। ਤੇ ਉਸ ਤੋਂ ਬਾਅਦ ਫਿਰ ਵਾਰੀ ਆਈ ਮੁਗਲਾਂ ਦੀ।
ਪਹਿਲਾਂ ਕਿਹਨੇ ਹਮਲਾ ਕੀਤਾ ਸੀ ਮੁਗਲਾਂ ਦੇ ਉੱਥੇ? ਅਕਬਰ ਨੇ। ਅਕਬਰ ਨੇ ਕੋਸ਼ਿਸ਼ ਕੀਤੀ ਸੀਗੀ। ਹਾਂ ਕਹਿੰਦੇ ਨਾ ਦੇ ਵਿੱਚ ਅਕਬਰ ਨੇ ਨਾ ਇੱਥੇ 52 ਵਾਰ ਹਮਲਾ ਕੀਤਾ ਸੀ ਕਿਲੇ ਦੇ ਉੱਪਰ ਵੀ। ਪਹਿਲਾ ਹਮਲਾ 1615 ਦੇ ਵਿੱਚ ਕੀਤਾ ਗਿਆ ਸੀ। ਕੋਸ਼ਿਸ਼ ਕੀਤੀ ਮਗਰ ਨਾਕਾਮ ਰਿਹਾ। ਮਤਲਬ ਅਕਬਰ ਨੇ 52 ਵਾਰ ਅਟੈਂਪਟ ਕੀਤਾ ਇਸ ਕਿਲੇ ਨੂੰ ਲੁੱਟਣ ਦਾ, ਹਮਲਾ ਕੀਤਾ ਇਹਦੇ ਉੱਪਰ, ਪਰ ਉਹ ਨਾਕਾਮ ਰਿਹਾ ਸੀ ਜਦੋਂ ਉਹ ਤੋਂ ਬਾਅਦ 1620 ਦੇ ਵਿੱਚ ਉਹਨਾਂ ਦੇ ਬੇਟੇ ਜਹਾਂਗੀਰ ਨੇ ਉਹ ਸਫਲ ਰਿਹਾ ਸੀਗਾ। ਫਿਰ ਕੀਤਾ ਹਮਲਾ ਜਹਾਂਗੀਰ ਨੇ ਵੀ ਇਸ ਕਿਲੇ ਦੇ ਉੱਪਰ ਵੀ। ਦੇਖੋ ਉਹ ਆਪਣੀ ਸੈਨਾ ਨੂੰ ਅੰਦਰ ਲੈ ਕੇ ਜਾਣ 'ਚ ਕਾਮਯਾਬ ਹੋ ਗਏ ਸੀ। ਫਿਰ ਜਹਾਂਗੀਰ ਦਾ ਕਬਜ਼ਾ ਇਹਦੇ ਉੱਪਰ ਹੋ ਗਿਆ ਸੀਗਾ। ਅਕਬਰ ਨਾਕਾਮ ਰਿਹਾ, ਜਹਾਂਗੀਰ ਸਫਲ ਹੋ ਗਿਆ ਸੀਗਾ। ਤੇ ਉਸਨੇ ਇਸ ਕਿਲੇ ਉੱਪਰ ਚੰਗੀ ਤਰ੍ਹਾਂ ਕਬਜ਼ਾ ਕਰ ਲਿਆ ਸੀ, ਆਪਦਾ ਵੀ ਚੰਗੀ ਤਰ੍ਹਾਂ ਲੁੱਟਿਆ ਇਸ ਕਿਲੇ ਨੂੰ। ਕਿਲੇ ਦੇ ਟੌਪ ਤੇ ਪਹੁੰਚ ਗਏ ਹੁਣ। ਥੋੜਾ ਸਾਹ ਚੜ ਗਿਆ, ਸਾਹ ਚੜਨ ਕਰਕੇ ਸਾਡੇ ਸਾਥੀ ਥੋੜਾ ਪਿੱਛੇ ਰਹਿ ਗਏ। ਕਾਫੀ ਹਾਈਟ ਤੇ ਆ ਗਏ, ਕਰਦੇ ਆ ਅੱਗੇ ਗੱਲਾਂ ਵੀ। ਤਾਂ ਫਿਰ ਜਦੋਂ ਮੁਗਲਾਂ ਦੇ ਅਧੀਨ ਰਿਹਾ ਜਹਾਂਗੀਰ ਤੋਂ ਬਾਅਦ ਕਟੋਚ ਵੰਸ਼ ਦੇ ਰਾਜਾ ਨੇ ਵੀ ਇੱਥੇ ਰਾਜ ਕੀਤਾ। ਉਸ ਤੋਂ ਬਾਅਦ ਵਾਰੀ ਆਈ ਸੀ ਮਹਾਰਾਜਾ ਰਣਜੀਤ ਸਿੰਘ ਦੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ ਨੂੰ ਆਪਣੇ ਅਧੀਨ ਕੀਤਾ ਸੀ ਕਾਫੀ ਸਮਾਂ ਤੱਕ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਉਸ ਤੋਂ ਬਾਅਦ ਇਹ ਕਿਲਾ ਚਲਾ ਗਿਆ ਅੰਗਰੇਜ਼ਾਂ ਦੇ ਅਧੀਨ ਵੀ ਇਹ। ਤਾਂ ਅੰਗਰੇਜ਼ਾਂ ਨੇ ਵੀ ਇਸ ਕਿਲੇ ਨੂੰ ਬਹੁਤ ਚੰਗੀ ਤਰ੍ਹਾਂ ਲੁੱਟਿਆ ਵੀ ਉਸ ਟਾਈਮ, ਬਹੁਤ ਚੰਗੀ ਤਰ੍ਹਾਂ ਵੀ ਇੱਥੋਂ ਇਹ। ਤਾਂ ਕਹਿਣ ਦਾ ਮਤਲਬ ਹੈ ਕਿ ਪੁਰਾਣੇ ਸਮੇਂ ਤੋਂ ਲੈ ਕੇ 3000 ਸਾਲ ਤੋਂ ਲੈ ਕੇ ਹੁਣ ਤੱਕ ਇਸ ਕਿਲੇ ਦੀ ਚੰਗੀ ਤਰ੍ਹਾਂ ਲੁੱਟ ਹੋਈ ਹੈ। ਭਰੋਸੇ ਦੀ ਲੁੱਟ ਹੋਈ ਹੈ ਇਸ ਕਿਲੇ ਦੇ ਵਿੱਚ, ਪੈਸਿਆਂ ਦੀ ਲੁੱਟ ਹੋਈ ਹੈ ਇਸ ਕਿਲੇ ਦੇ ਵਿੱਚ, ਤੇ ਇਸ ਇਮਾਰਤ ਦੀ ਲੁੱਟ ਹੋਈ ਹੈ। ਇਮਾਰਤ ਦੀ ਲੁੱਟ ਰਾਜਾ ਨੇ ਕੀਤੀ, ਕੁਦਰਤ ਨੇ ਵੀ ਇਸ ਇਮਾਰਤ ਦੀ ਲੁੱਟ ਕੀਤੀ। ਕਿਉਂਕਿ 1905 ਦੇ ਵਿੱਚ ਇੱਥੇ ਆਇਆ ਭੂਕੰਪ ਇਹ ਸਾਰੇ ਏਰੀਆ ਦੇ ਵਿੱਚ। ਤਾਂ ਉਸ ਮਾਫ ਕਰਨਾ ਫੋਨ ਆ ਗਿਆ ਸੀਗਾ। ਤਾਂ 1905 ਦੇ ਵਿੱਚ ਇੱਥੇ ਆਇਆ ਭੂਕੰਪ। ਤਾਂ ਉਸ ਭੂਕੰਪ ਨੇ ਇਸ ਕਿਲੇ ਦੀਆਂ ਨੀਹਾਂ ਹਿਲਾਤੀਆਂ, ਇਸ ਕਿਲੇ ਨੂੰ ਖੰਡਰ ਬਣਾਤਾ ਜੀ ਉਸ ਟਾਈਮ ਇੱਥੋਂ ਇਹ। ਕਿਉਂਕਿ ਇਹ ਕੁਛ ਕੁਦਰਤੀ ਆਫਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕੀਆਂ ਹਰ ਇੱਕ ਚੀਜ਼ ਦਾ ਨਕਸ਼ਾ ਬਦਲ ਦਿੰਦੀਆਂ ਨੇ। ਅਸੀਂ ਲਖਪਤ ਗਏ ਸੀਗੇ, ਤੁਸੀਂ ਦੇਖਿਆ ਨਾ ਵੀ ਉੱਪਰ ਲਿੰਕ ਆ ਰਿਹਾ ਹੋਊਗਾ ਲਖਪਤ ਦਾ, ਤੁਸੀਂ ਦੇਖ ਲੈਣਾ ਉਹ। ਤੇ ਲਖਪਤ ਗਏ ਸੀਗੇ, ਲਖਪਤ ਦੇ ਕਿਲੇ ਨੂੰ ਵੀ ਭੂਕੰਪ ਨੇ ਖਤਮ ਕੀਤਾ ਸੀਗਾ। ਤੇ ਅੱਜ ਅਸੀਂ ਦੂਜੇ ਕਿਲੇ ਵਿੱਚ ਆ, ਪਹਾੜੀ ਏਰੀਆ ਦੇ ਵਿੱਚ, ਕਾਂਗੜਾ ਦੇ ਵਿੱਚ, ਕਿ ਉਸ ਕਿਲੇ ਦੇ ਵਿੱਚ ਆ ਜਿੱਥੇ ਕਿ ਭੂਕੰਪ ਨੇ ਇਸ ਕਿਲੇ ਨੂੰ ਖਤਮ ਕਰ ਦਿੱਤਾ। ਪਹਿਲਾਂ ਰਾਜਾ ਨੇ ਲੁੱਟਿਆ, ਕਿੰਨੇ ਸਾਲਾਂ ਤੋਂ ਲੁੱਟਦਾ ਆ ਰਿਹਾ ਇਹ, ਕਿੰਨੇ ਸਾਲਾਂ ਤੋਂ। ਤੇ ਹੈ ਜੀ ਕਹਿੰਦੇ ਚ ਖਜ਼ਾਨੇ ਦੱਬੇ ਪਏ ਆ। ਤੇ ਹੁਣ ਫਿਰ ਅਰਥਕਵਿਕ ਨੇ ਖਤਮ ਕਰਤਾ। ਹੁਣ ਇਸ ਕਿਲੇ ਦੀ ਹਾਲਤ ਇਹ ਵਾਲੀ ਹੈ। ਚਲੋ ਨੀਚੇ ਇੱਕ ਨਦੀ ਵਹਿ ਰਹੀ ਹੈ, ਕਹਿੰਦੇ ਇੱਥੇ ਦੋ ਨਦੀਆਂ ਦਾ ਸੰਗਮ ਹੁੰਦਾ। ਆ ਭੈਣੀ ਗੰਗਾ ਨਦੀ ਕਹਿੰਦੇ ਇਸ ਨੂੰ ਜੀ ਇਹ। ਤੇ ਦੂਜੇ ਪਾਸੇ ਆਉਂਦੀ ਹੈ ਮਾਝੀ, ਬਾਣ ਗੰਗਾ ਜੀ, ਮਾਫ ਕਰਨਾ, ਬਾਣ ਗੰਗਾ ਜੀ ਇਹ। ਤੇ ਉੱਥੇ ਜਾ ਕੇ ਸਾਹਮਣੇ ਆ ਕੇ ਮਾਝੀ ਨਦੀ ਵੀ ਆਉਂਦੀ ਉਸ ਪਾਸੇ ਆ ਕੇ ਵੀ। ਉੱਥੇ ਆ ਕੇ ਇਹਨਾਂ ਨੂੰ ਦੋਨਾਂ ਨਦੀਆਂ ਦਾ ਸੰਗਮ ਹੋ ਜਾਂਦਾ ਜੀ ਇੱਥੋਂ ਇਹ। ਮਤਲਬ ਇਹ ਫੋਰਟ ਜਿਹੜਾ ਇਹਨਾਂ ਦੇ ਸੰਗਮ ਦੇ ਵਿੱਚ ਸਥਿਤ ਹੈ। ਹਾਂ, ਕਿਉਂਕਿ ਜਿੰਨੇ ਪੁਰਾਣੇ ਸਮੇਂ ਦੇ ਕਿਲੇ ਸੀਗੇ ਜੀ ਉਹ ਸਾਰੇ ਨਦੀਆਂ ਦੇ ਕੰਢੇ ਤੇ ਬਣਾਏ ਜਾਂਦੇ ਸੀਗੇ। ਪਤਾ ਹੀ ਆਪਾਂ ਨੂੰ ਸੋਰਸ ਆਪਣਾ ਮੇਨ ਪਾਣੀ ਹੁੰਦਾ ਹੈ ਰਹਿਣ ਵਾਸਤੇ, ਜਿਉਣ ਵਾਸਤੇ। ਬਾਕੀ ਹਮਲਾ ਵੀ ਥੋੜਾ ਜਿਹਾ ਫਿਰ ਔਖਾ ਹੋ ਜਾਂਦਾ, ਹਮਲਾ ਕਰਨਾ ਵੀ ਕਿਲੇ ਤੇ। ਕਾਫੀ ਸਾਲਾਂ ਤੱਕ, 1000 ਸਾਲਾਂ ਦਾ ਕਿਲੇ ਨੇ ਆਪਣੀ ਸੁਰੱਖਿਆ ਖੁਦ ਕੀਤੀ। ਸਮਾਂ ਬਦਲਿਆ, ਕਿਲੇ ਨੂੰ ਲੁੱਟਿਆ ਜਾਣ ਲੱਗਿਆ। ਤੇ ਹੁਣ ਕਿਲੇ ਦੇ ਬਦਹਾਲੀ ਦੇ ਨਿਸ਼ਾਨ ਤੁਹਾਡੇ ਸਾਹਮਣੇ ਆ ਵੀ ਇੱਥੋਂ ਇਹ। ਇਨਸਾਨ ਨੇ ਲੁੱਟਿਆ, ਕੁਦਰਤ ਨੇ ਜੀ ਭਰ ਕੇ ਲੁੱਟਿਆ ਸੀ ਉਹਨੂੰ 1905 ਵਜੇ। ਚਲੋ ਉਹ ਸਾਹਮਣੇ ਤੁਹਾਡੇ ਸਾਹਮਣੇ ਹੈਗੀ ਧੌਲਾਧਾਰ ਦੀ ਪਹਾੜੀ ਹੈ, ਤੁਹਾਨੂੰ ਦਿਖ ਰਹੀ ਹੋਣਾ ਜੀ ਇੱਥੋਂ ਉਹ। ਉਹਨਾਂ ਦੇ ਪੈਰਾਂ 'ਚ ਵਸਿਆ ਹੋਇਆ ਇਹ ਕਾਂਗੜ ਦਾ ਕਿਲਾ ਜੀ ਇੱਥੋਂ ਇਹ। ਹੁਣ ਕਾਂਗੜ ਦੇ ਕਿਲੇ ਤੋਂ ਬਾਅਦ ਸਾਡੀ ਹੁਣ ਘਰ ਵਾਪਸੀ ਹੋਵੇਗੀ, ਵਾਪਸੀ ਕਰਾਂਗੇ ਬਾਇਆ ਲੁਧਿਆਣਾ ਹੋ ਕੇ। ਜੇਕਰ ਹੋਰ ਕੋਈ ਦਿਖਦਾ ਹੈ ਰਸਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ। ਰੋੜੀ ਦਾ ਸਫ਼ਰ ਚੱਲਦਾ ਰਹੇਗਾ ਇਸੇ ਤਰ੍ਹਾਂ, ਤੁਸੀਂ ਵੀ ਨਾਲ ਰਹੀਓ, ਕਿਉਂਕਿ ਤੁਹਾਡੇ ਤੋਂ ਬਿਨਾਂ ਅਸੀਂ ਸਫ਼ਰ ਪੂਰਾ ਨਹੀਂ ਕਰ ਪਾਉਂਦੇ। ਹੁਣ ਸਾਡੀ ਵਾਪਸੀ ਹੋਈ ਕਿਲੇ ਤੋਂ, ਕਿਲੇ ਟੌਪ ਤੇ ਆ ਗਏ ਸੀਗੇ।
गर्मी हुई भी बहुत ज़्यादा। Hello. Hi guys. Please follow RM Roadies. Yeah, it's a very brilliant channel. हमारे फॉलोअर्स हमें मिले हैं। Hello. Yes. Hi. आपका नाम Hi, क्या है? ma'am. Pushkar. पुष्कर भाई। Bala And se. and I'm Bhaskar from Bala City. ਬਹੁਤ ਵਧੀਆ ਵੀ ਹੈ ਸਾਨੂੰ ਨਾ ਲਖਪਤ ਤੋਂ ਵੀ ਮਿਲੇ ਸੀਗੇ ਸਬਸਕ੍ਰਾਈਬਰ ਉਹ ਵੀ ਫੋਰਟ ਸੀਗਾ ਗੁਜਰਾਤ ਦੇ ਵਿੱਚ ਵਧੀਆ ਲੱਗਦਾ ਹੈ ਹਾਂ ਵਧੀਆ ਲੱਗਦਾ ਵੀ ਇੱਥੇ ਨਾ ਇਹ ਜਦੋਂ ਪਿਆਰ ਮਿਲਦਾ ਐਵੇਂ ਲੋਕਾਂ ਦਾ। ਫਸਟ ਟਾਈਮ ਆਏ ਉੱਥੇ Anji. ਅਸੀਂ ਵੀ ਫਸਟ ਟਾਈਮ ਆਏ ਆ ਇੱਥੇ ਦੇਖ ਕੇ Follow RM Roadies. Follow RM थैंक Roadies. यू। ਥੈਂਕ ਯੂ ਥੈਂਕ ਯੂ वीडियो देखते रहना भैया। ਕਿੱਧਰ ਗਏ ਬਈ मैं देख रही थी एक कुदरत का अद्भुत नज़ारा। साइंस ਦੇ ਵਿੱਚ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਹੁੰਦੀ ਐਪੀਫਾਈਟਸ ਹੁੰਦੇ ਆ ਜਿਹੜੇ 에ਅਰ ਪਲਾਂਟਸ ਹੁੰਦੇ ਆ ਜਿਹੜੇ ਦੂਸਰੇ ਪਲਾਂਟਸ ਦੇ ਉੱਤੇ ਲੱਗੇ ਹੁੰਦੇ ਆ। ਮਗਰ ਮੈਂ ਪਹਿਲੀ ਵਾਰੀ ਇੱਕ ਪਿੱਪਲ ਦੇ ਉੱਤੇ ਜਿਹੜਾ ਡੇਟ ਐਡਾ ਵੱਡਾ ਜਿਹੜਾ ਪੇੜ ਹੈ ਪੇੜ ਦੇ ਉੱਤੇ ਪੇੜ ਉੱਗਿਆ ਮੈਂ ਪਹਿਲੀ ਵਾਰ ਦੇਖਿਆ। ਤਾਂ ਵਾਕਈ ਇਹ ਬਹੁਤ ਪਿੱਪਲ ਦਾ ਦਰਖਤ ਲੱਗਿਆ ਹੋਈ ਇਹ ਤੇ ਉਸ ਦੇ ਵਿੱਚ ਖਜੂਰ ਦੇਖੋ ਜੀ ਕਮਾਲ ਹੈ। बहुत ही पुराना पिपल लग रहा है। ਪਿੱਪਲ ਪੁਰਾਣੇ ਟਾਈਮ ਤੇ ਪੂਜਦੇ ਹੁੰਦੇ ਸੀਗੇ ਅੱਜ ਵੀ ਪੂਜਦੇ ਆ ਤੇ ਇਸੇ ਇੱਕ ਹੋਰ ਖਾਸੀਅਤ ਹੈ ਪਿੱਪਲ ਇੱਕ ਇਹੋ ਜਿਹਾ ਦਰਖਤ ਹੈ ਜਿਹੜਾ ਸਵੇਰ ਤੇ ਰਾਤ ਨੂੰ ਦੋਨੋਂ ਟਾਈਮ ਆਕਸੀਜਨ ਪ੍ਰੋਵਾਈਡ ਕਰਦਾ ਹੈ ਤਾਂ ਇਸ ਲਈ ਵੀ ਇਹਨੂੰ ਲਗਾਇਆ ਜਾਂਦਾ ਹੈ। ਇਤਿਹਾਸ ਕਿੰਨਾ ਕੁਛ ਲਈ ਬੈਠੀ ਆ ਆਪਦੇ ਆਪ ਦੇ ਵਿੱਚ ਤੇ ਨਾਲ ਹੀ ਕਿਲਾ ਇਹ नीचे डोबी है ਹੋਰ ਭਾਈ ਸਾਹਿਬ सुस्त है। ਉਹ ਜਵਾਕ ਕਰਦਾ ਛੁੱਟੀ ਆਈ ਸੀ ਤੈਨੂੰ ਇੰਜੋਏ ਕਰ ਰਿਹਾ ਸੰਡੇ ਇੰਜੋਏ ਕਰ ਰਿਹਾ ਜੇ ਚਲੋ ਜੀ ਹੁਣ ਕਰੀਏ ਵਾਪਸੀ ਪਹਿਲਾਂ ਵੀ ਤੁਹਾਨੂੰ ਵਾਪਸੀ ਕਹਿ ਚੁੱਕੇ ਆ ਫਿਰ ਜੀ ਕਰਨ ਲੱਗੇ ਆ ਦੇਖ ਕੇ ਕੋਈ ਨਾ ਕੋਈ ਨਵੀਂ ਚੀਜ਼ ਦੇਖ ਕੇ ਇੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ ਪੁਰਾਤੱਤਵ ਸੰਗ੍ਰਹਾਲਿਆ ਕਾਂਗੜਾ ਕੀ ਚੀਜ਼ ਲਿਖਿਆ ਤੇ ਨਹੀਂ ਆ ਘੱਟ ਪੱਲੋ ਸਤੰਭ ਕੋਸਟ ਦੇਵੀ ਆਕਰਤੀ ਤੇ ਪ੍ਰਾਈਵੇਟ ਕਲੈਕਸ਼ਨ ਹੈ ਇਹ ਥੋੜੀ ਜਿਹੀ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ ਅੰਦਰੋਂ ਦੀ ਜਿਹੜੇ ਅਵਸ਼ੇਸ਼ ਹੈਗੇ ਆ, ਉਹਨਾਂ ਨੂੰ ਇੱਥੇ ਸਜਾ ਰੱਖਿਆ ਹੈ। उड़ान भरते हुए गांधर्व फ्लाइंग गंधर्वाज विभिन्न मुद्रा में टू गन्स डिफरेंट पोजेस आ है जी बाहर वाहक ये ना किले के बाहर बनया हुआ म्यूजियम जी ये एंट्री तो पहला जिथे अपने टिकट लगती है जी उस थान से बनया हुआ जी ये अच्छे कुछ पुरातत्व लिखी हुई कुछ लिखा लगता कि ABC लिखी लगती है पाठ्यार शहर अभिलेख की प्रकृति रेप्लिका ऑफ रॉक इंस्क्रिप्शन ऑफ पाठ्यार इंस्क्रिप्शन खनियार और पठियार के शैल अभिलेख कांगड़ा घाटी इतों के पुराने समय के अजे तक बाकी पे ही ये अवशेष ही ये पता ही लगता अपन कितना पुराना किला ही ये मतलब खलजी राजवंश के सिक्के लगते हैं सारे ये है अपने को अश्व वृक्ष प्रकार के सिक्के ये कांगड़ा घाटी के फोटो कर गणेश प्रतिमा सिंह अलंकृत वस्त्र खंड खंडित असीन प्रतिमा जैन खंडित हुई भी है नंदी पर विराजमान गौरी शंकर भगवान शंकर हर हर महादेव पुराने समय का किले की फोटो एन के पाली चल पे ही होना अखीरली वार कह रहे हैं चल पिया सुनो ठीक है जी ਹੁਣ ਫੇਰ ਨਹੀਂ ਕਹਿੰਦੇ ਕਿ ਬਹੁਤ ਵਾਰ ਕਹਤਾ ਵੀ ਕਿਵੇਂ ਹੋ ਵਧੀਆ ਬਹੁਤ ਵਧੀਆ ਇੱਥੇ ਸੰਭਾਲ ਰੱਖਿਆ ਇਹਨਾਂ ਨੇ ਬੁੱਕਸ ਦੇ ਵਿੱਚ ਆਪਾਂ ਫੋਟੋਜ਼ ਦੇਖੀਆਂ ਇਹਨਾਂ ਦੀਆਂ ਜਿਵੇਂ ਕਈ ਹੁੰਦੇ ਆ ਮੇਰੀ ਹਿਸਟਰੀ ਬਹੁਤ ਵੀਕ ਹੈ
ਚਲੋ ਜੀ, ਆ ਸੀਗਾ ਮਿਊਜ਼ੀਅਮ। ਅਸੀਂ ਹੁਣੇ ਮਿਊਜ਼ੀਅਮ ਤੋਂ ਬਾਹਰ ਆਏ, ਤੁਸੀਂ ਦੇਖ ਲਿਆ ਮਿਊਜ਼ੀਅਮ ਵਿੱਚ ਕੀ ਕੁਛ ਸੀਗਾ। ਮਾਸਕ ਲਾ ਦਈਏ, ਮਾਸਕ ਲਾਤਾ ਹੋਣਾ, ਤੁਸੀਂ ਦੇਖ ਹੀ ਲਿਆ ਕੀ ਕੁਛ ਸੀਗਾ ਮਿਊਜ਼ੀਅਮ ਦੇ ਵਿੱਚ। ਆ ਹੈਗਾ ਆਰਕੀਓਲੋਜੀਕਲ ਮਿਊਜ਼ੀਅਮ ਕਾਂਗੜਾ ਫੋਰਟ ਵੀ। ਅਸੀਂ ਇੱਥੋਂ ਬਾਹਰ ਆਏ ਹੁਣ। ਚਲੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ। ਰੱਖਦੀ ਹੈਲਮਟ ਮਾੜਾ ਜਿਹਾ। ਇੱਕ ਮਿਊਜ਼ੀਅਮ ਉੱਥੇ ਵੀ ਬਣਿਆ ਹੋਇਆ ਪ੍ਰਾਈਵੇਟ, ਉੱਥੇ ਪੇਡ ਹੈ, ਮਤਲਬ ਕਹਿੰਦੇ ਰਾਣੀ ਚੰਦਰੇਸ਼ ਜੀ ਤੇ ਜਿਹੜਾ ਉਹਨਾਂ ਦੇ ਦੁਆਰਾ ਇਹਨੂੰ ਸੰਭਾਲਿਆ ਜਾ ਰਿਹਾ ਹੈ। ਰਾਣੀ ਚੰਦਰੇਸ਼ ਜਿਹੜੇ ਹੈ ਕਹਿੰਦੇ ਰਾਜਸਥਾਨ ਦੀ ਬੇਟੀ ਸੀ ਤੇ ਇੱਧਰ ਦੇ ਉਹ ਬਾਅਦ ਵਿੱਚ ਨੂੰਹ ਬਣ ਗਏ। ਤਾਂ ਇਹ ਕਹਾਣੀ ਹੈ। ਮਤਲਬ ਕਾਫੀ ਪੁਰਾਣਾ ਇਤਿਹਾਸ ਅਸੀਂ ਦੇਖਿਆ ਅੱਜ, ਬਹੁਤ ਪੁਰਾਣਾ। ਚਲੋ ਅੱਜ ਅਸੀਂ ਹੁਣ ਨਿਕਲਦੇ ਹਾਂ ਵਾਪਸੀ ਵੱਲ। 11 ਵੱਜ ਚੁੱਕੇ ਲਗਭਗ। ਚਲੋ ਸ਼ਾਮ ਦੇ 6-7 ਤਾਂ ਵੱਜ ਹੀ ਜਾਣਗੇ ਆਪਾਂ ਨੂੰ ਪਹੁੰਚਦੇ ਵੀ। ਸੰਡੇ ਹੈਗਾ ਅੱਜ, ਰਸ਼ ਕਾਫੀ ਹੈ ਇੱਥੇ, ਲੋਕ ਇੱਥੇ ਕਾਫੀ ਪੂਜਾ ਕਰਨ ਆ ਰਹੇ ਇਸ ਵਕਤ। ਨਿਕਲਦੇ ਹਾਂ ਜੀ ਫਿਰ, ਚਲੀਏ ਫਿਰ। ਠੀਕ ਆ ਜੀ, ਫਿਰ ਜੂਲੇ ਹੁਣ ਜਾ ਰਹੇ ਹਾਂ। ਖਿਆਲ ਰੱਖੋ ਸਾਰੇ, ਹਾਂ ਖਿਆਲ ਰੱਖੋ ਸਾਰਿਆਂ ਨੇ ਆਪਦਾ। ਰਸਤੇ ਕੁਛ ਸ਼ਾਇਦ ਦਿਖਾਵਾਂਗੇ ਤੁਹਾਨੂੰ ਫਿਰ। ਓਕੇ ਫਿਰ ਕਾਂਗੜਾ ਚੱਲੇ ਅਸੀਂ ਤਾਂ ਵੀ। ਸਾਹਮਣੇ ਦੇਖੋ ਭਾਈ ਗੋਲ ਗੱਪੇ ਤਿਆਰ ਕਰੀ ਜਾਂਦਾ, ਹੱਥ ਪੂਰਾ ਘਚਲ ਕੇ। ਜੇ ਕਿਸੇ ਨੇ ਗੋਲ ਗੱਪੇ ਖਾਣੇ ਹੋਣ, ਬਾਈ ਕੋਲ ਆ ਕੇ ਗੋਲ ਗੱਪੇ ਖਾਵੇ। बड़ा मुश्किल है अलविदा कहना, बड़ा मुश्किल है अलविदा कहना, पर जाना भी जरूरी है। ਤਾਂ ਅਸੀਂ ਅਲਵਿਦਾ ਕਰ ਚੁੱਕੇ ਹਾਂ ਕਾਂਗੜਾ ਫੋਰਟ ਨੂੰ, ਪਰ ਇਸ ਦੀਆਂ ਯਾਦਾਂ ਹਮੇਸ਼ਾ ਹੀ ਸਾਡੇ ਦਿਮਾਗ ਤੇ ਤਰੋਤਾਜ਼ਾ ਬਣੀਆਂ ਰਹਿਣਗੀਆਂ। ਸਾਡਾ ਵਾਪਸੀ ਦਾ ਸਫ਼ਰ ਸ਼ੁਰੂ ਹੋ ਚੁੱਕਿਆ ਹੈ ਤੇ ਅਸੀਂ ਪਹੁੰਚ ਜਾਵਾਂਗੇ 5-6 ਘੰਟਿਆਂ ਦੇ ਵਿੱਚ ਆਪਣੇ ਸ਼ਹਿਰ ਬਠਿੰਡਾ। ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡਾ ਵਲੌਗ ਪਸੰਦ ਆਇਆ ਹੋਵੇਗਾ। ਜੇ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਤਾਂ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਵਾਪਸ ਅਸੀਂ ਆ ਗਏ ਜਿੱਥੋਂ ਸ਼ੁਰੂ ਕੀਤਾ ਸੀਗਾ। ਕੌਫੀ ਜਿੱਥੇ ਨਾ ਸਕੂਟਰ ਮਿਲਿਆ ਸੀ ਪਹਿਲਾਂ ਆਪਾਂ ਨੂੰ, ਕੈਫੇ ਹਾਊਸ ਇੱਕ ਦਾ ਗ੍ਰੇਟ ਕੋਲੇ, ਉੱਥੇ ਪਹੁੰਚੇ ਹਾਂ ਇਸ ਟਾਈਮ। ਵਾਪਸੀ ਹੋ ਰਹੀ ਹੈ। ਸਮਾਂ ਹੋ ਗਿਆ ਲਗਭਗ 1:37 ਹੋ ਗਏ, 1:30 ਵੱਜ ਗਿਆ। ਵਧੀਆ ਮੌਸਮ, ਅੱਜ ਮੌਸਮ ਠੀਕ ਹੈ। ਕੁਛ ਮੰਗਾਇਆ ਸੈਂਡਵਿਚ, ਇੱਕ ਆਇਰਿਸ਼ ਕਾਫੀ। ਦੇਖਦੇ ਹਾਂ ਵੀ, ਤੁਸੀਂ ਦੱਸੋ। ਮੇਰੇ ਕੋਲ ਕੈਮਰਾ ਲੈ ਹਾਂ, ਕਹਿੰਦੇ ਖਾਂਦੇ ਹੋਏ ਡਿਸਟਰਬ ਨਾ ਕਰਿਆ ਕਰੋ। ਚਲੋ ਸਾਨੂੰ ਵੀ ਖਾ ਪੀ ਲੈਣ ਦਿਓ, ਫਿਰ ਮਿਲਦੇ ਰਸਤੇ 'ਚ ਆਪਾਂ। ਚੱਲ ਪਏ ਉਸ ਕੈਫੇ ਹਾਊਸ ਤੋਂ। ਡਰਾਈਵਰ ਸਾਡੇ ਚੇਂਜ ਹੋ ਗਏ, ਉਹਨਾਂ ਬਦਲਦੇ ਡਰਾਈਵਰ। ਗੇਅਰਾਂ ਦਾ ਉਹ ਕਰੀ ਜਾਂਦੇ ਆ ਸਿਸਟਮ ਜਿਹਾ। ਚਲੋ ਜੀ ਚਲੋ। ਆ ਪੱਟੀ ਬੰਨੋ ਆਦੀ ਪੈਰਾਂ ਉਹਦੀ। ਉਹ ਪੱਤੀ ਕਿੱਥੇ ਉੱਤਰ ਗਈ? ਚਲੋ ਬਾਏ ਬਾਏ ਕਾਫੀ ਹਾਊਸ। ਜਾਂਦੇ ਰਹੇ ਜ਼ਰੂਰ ਮਿਲਾਂਗੇ ਬਈ। Like there's no tomorrow. Live it up like we only got today. Give thanks and the rest will follow. Pick your heart off the pavement, 'cause I'm giving you everything I've got. Showing you love like it's a problem, 'cause I'm giving you everything I've got. Close to something better, putting in the
ਸੱਤ ਵੱਜ ਕੇ 13 ਮਿੰਟ ਹੋ ਗਏ ਤੇ ਰੋਡੀਜ਼ ਆਪਣੇ ਘਰ ਪਹੁੰਚ ਚੁੱਕੇ ਨੇ ਵੀ 10 ਘੰਟਿਆਂ ਦੇ ਸਫ਼ਰ ਤੋਂ ਬਾਅਦ ਵੀ ਯੋਹੋ स्कूल हिमाचल प्रदेश you gone? स्कूल Himachal Pradesh. स्कूल You gone to mountain? स्कूल No, Himachal Pradesh. ये Now you gone to Himachal Pradesh. Cause I'm giving you